अच्छा बहन जी, जब आपको इत्तला मिली कि सईद शहीद हो गए हैं तो उस वक्त आपके क्या जज्बात थे? अल्लाह का शुक्र अदा किया शहीद की वालदा होने पर आपने? मैं उस टाइम ना इशा की नमाज पढ़न रही सां ते यानी कि 2 सुनतां भी पढ़ ਲੀਆਂ ਨਫਲ ਪੜ੍ਹਨ ਰਹੀ ਸਾਂ ਤੇ ਮੁਹੰਮਦ ਵਈਦ ਨੂੰ ਫੋਨ ਆ ਗਿਆ ਕਿ ਇਹ ਨਾ ਤੁਸੀਂ ਸਈਦ ਦੇ ਭਾਈ ਬੋਲਦੇ ਪਏ। ਇਹਨੇ ਕਿਹਾ ਕਿ ਹਾਂ ਜੀ ਮੈਂ ਮੁਹੰਮਦ ਸਈਦ ਦਾ ਭਾਈ ਮੁਹੰਮਦ ਵਈਦ ਬੋਲਣਾ ਪਿਆ। ਉਹਨਾਂ ਦੱਸਿਆ ਕਿ ਸਈਦ ਅਲੀ ਦੀ ਸ਼ਹਾਦਤ ਹੋ ਗਈ ਹੈ ਤੇ ਸਵੇਰ ਇਨਸ਼ਾਅੱਲਾ ਅਸੀਂ ਤੁਹਾਡੇ ਕੋਲ ਪਹੁੰਚ ਜਾਵਾਂਗੇ। ਤੇ ਇਹਨਾਂ ਪਰੇਸ਼ਾਨ ਹੋ ਗਿਆ, ਬਾਹਰ ਆ ਗਿਆ ਤੇ ਮੈਂ ਨਾ ਸਲਾਮ ਫੇਰੀ ਤੇ ਮੈਂ ਵੀ ਮਗਰੇ ਆ ਗਈ। ਤੇ ਉਹਨਾਂ ਨੇ ਕਿਹਾ ਕਿ ਤੂੰ ਆਪਣੀ ਅੰਮੀ ਨੂੰ ਨਹੀਂ ਦੱਸਣਾ ਹੈ। ਇਹਨੇ ਕਿਹਾ ਕਿ ਮੇਰੀ ਅੰਮੀ ਨੇ ਸਾਰੀ ਗੱਲ ਸੁਣ ਲਈ ਹੈ ਤੇ ਸਰ ਤੁਸੀਂ ਮੇਰੀ ਅੰਮੀ ਦੇ ਨਾਲ ਗੱਲ ਕਰੋ। ਉਹਨਾਂ ਫਿਰ ਉਸ ਟਾਈਮ ਮੇਰੇ ਨਾਲ ਗੱਲ ਕੀਤੀ ਕਿ ਇਸ ਤਰੀਕੇ ਦੇ ਵਿੱਚ ਸਈਦ ਅਲੀ ਦੀ ਸ਼ਹਾਦਤ ਹੋ ਗਈ ਹੈ ਤੇ ਅਸੀਂ ਸਵੇਰ ਨਾਲ ਤੁਹਾਡੇ ਕੋਲ ਇਨਸ਼ਾਅੱਲਾ 10-11 ਵਜੇ ਪਹੁੰਚ ਜਾਵਾਂਗੇ। ਤੇ ਫਿਰ ਮੈਂ ਆਪਣੇ ਅੱਲਾ ਦੇ ਅੱਗੇ ਹੱਥ ਜੋੜ ਕੇ ਉਹਦੇ ਕੋਲੋਂ ਮਾਫੀ ਮੰਗੀ ਤੇ ਉਹਨੂੰ ਕਿਹਾ ਕਿ ਸੋਹਣਿਆ ਤੂੰ ਤੇ ਕੁਰਾਨ ਦੇ ਵਿੱਚ ਕਹਿੰਦਾ ਕਿ ਇੱਕ ਮੇਰੇ ਹੁਕਮ ਤੋਂ ਬਗੈਰ ਦਰਖਤ ਦਾ ਪੱਤਾ ਜਿਹੜਾ ਉਹ ਵੀ ਗਿਰ ਕੇ ਜ਼ਮੀਨ ਤੇ ਨਹੀਂ ਆਉਂਦਾ। ਸਿਰਾਬ ਦੇ ਵਿੱਚ ਜਿਹੜੇ ਰੇਤ ਦੇ ਜ਼ਰਰੇ ਨੇ ਨਾ ਉਹ ਵੀ ਮੇਰੇ ਹੁਕਮ ਤੋਂ ਬਗੈਰ ਨਹੀਂ ਹਿੱਲਦੇ ਤੇ ਇਹ ਜਿਹੜੀ ਏਡੀ ਵੱਡੀ ਕੁਦਰਤ ਇਹ ਕੌਣ ਕਰ ਸਕਦਾ ਤੇਰੀ ਜ਼ਾਤ ਤੋਂ ਬਗੈਰ। ਤੇ ਸੋਹਣਿਆ ਜਿਸ ਤਰ੍ਹਾਂ ਤੂੰ ਉਹਨੂੰ ਸੰਭਾਲਿਆ ਆਪਣੀ ਰਾਹ ਦੇ ਉੱਤੇ ਚੁਣਿਆ ਉਸ ਤਰੀਕੇ ਨਾਲ ਹੁਣ ਮੈਨੂੰ ਸੰਭਾਲ ਤੇ ਮੈਨੂੰ ਸਬਰ ਦੇ। ਤੇ ਫਿਰ ਮੇਰੇ ਅੱਲਾ ਨੇ ਉਹਦੀ ਜ਼ਾਤ ਪਾਕ ਦਾ ਲੱਖ ਲੱਖ ਵਾਰੀ ਸ਼ੁਕਰ ਹੈ ਕਿ ਮੇਰੇ ਅੱਲਾ ਮੈਨੂੰ ਬਹੁਤ ਹੀ ਸਬਰ ਦਿੱਤਾ, ਬਹੁਤ ਹੀ ਸਬਰ ਦਿੱਤਾ ਕਿ ਮੈਂ ਉਹਦਾ ਸ਼ੁਕਰੀਆ ਅਦਾ ਕਰਾਂ। ਮੇਰੇ ਕੋਲ ਲਫ਼ਜ਼ ਹੀ ਨਹੀਂ ਪੂਰੇ ਕਿ ਮੈਂ ਕਿੰਨਾ ਲਫ਼ਜ਼ਾਂ ਦੇ ਨਾਲ ਉਹਦੀ ਜ਼ਾਤ ਦਾ ਸ਼ੁਕਰ ਕਰਾਂ। यकीनन अल्लाह के वादे जो हैं अल्लाह अपने वादों से नहीं हटते, और जो कुरान पाक ने अल्लाह ताला ने शहदा के फ़ज़ाइल रखे हैं, जो इनामात रखे हैं, जो फजीलत रखी है, यकीनन शहीद ज़िंदा हैं। हमें इस बात पर ज़रा भी शक नहीं है, ज़रा भी इसमें वो दिल में भी नहीं हम ख्याल करते कि वो गुमान भी नहीं करते कि वो मुर्दा हैं। अल्लाह ने कहा है कि वो ज़िंदा हैं, मेरे ख़जानों से मेरी जन्नतों से वो रिज़्क़ खाते हैं। तो शहीद को जब हम रोते हैं और गम करते हैं तो शहीद को तकलीफ़ होती है। जब वो ज़िंदा है तो ज़िंदों को रोते नहीं हैं। ये हमारा इस्लाफ़ है। ये हज़रत इमाम हुसैन से लेकर आज तक जो हमारी मुसलमान माएँ हैं, बहनें हैं और वालदैन हैं जो उसके पीछे अज़ीज़ कारब हैं, वो फ़ख्र महसूस करते हैं कि हम पर अल्लाह का एहसान है कि अल्लाह ने हमें शहादत का रुतबा दिया हमारे बच्चे को, और हम उसके वालदैन हैं, उसके अहल खाना हैं। तो ये भी इंशाअल्लाह उनको साथ जन्नत में लेकर जाएंगे। आपको पता है कि शहीद को चींटी के काटने के बराबर तकलीफ़ होती है शहादत के वक़्त, और उसको दुनिया में उसका जन्नत दिखा दी जाती है। दुनिया में अभी ज़िंदा होते हैं, अभी वो आखिरी आंखें बंद नहीं की होती, खून का आखिरी पहला कतरा गिरने से पहले उनकी मग़फ़िरत हो चुकी होती है। ये अल्लाह का ख़ास इनाम है शहीदों पर। अच्छा बहन जी, जब सईद शहीद रहमतुल्लाह अलैह को लाया गया, उनका जस्द खाकी सब्ज़ हलाली परचम में आपने वसूल किया, तो आपने इस्तकबाल कैसे किया उनका? ਉਹਨਾਂ ਨੇ ਸਾਨੂੰ ਬੁਲਾਇਆ ਸੀ, ਮਿਲੇ ਹਾਂ ਅਸੀਂ ਉਹਨਾਂ ਨੂੰ। ਮੁਹੰਮਦ ਵਈਦ ਨੂੰ ਉਹਨਾਂ ਨੇ ਇਨਾਮ ਦਿੱਤਾ, ਉਹ ਜਿਹੜਾ ਨਿਸ਼ਾਨੇ ਹੈਦਰ। ਤੇ ਠੀਕ ਹੈ, ਮੈਨੂੰ ਉਹਨਾਂ ਨੇ ਕਿਹਾ ਸੀ ਕਿ ਪਰੇਸ਼ਾਨ ਨਹੀਂ ਹੋਣਾ, ਤੁਸੀਂ ਕਦੀ ਸੋਚਣਾ ਵੀ ਨਹੀਂ ਕਿ ਸਈਦ ਅਲੀ ਉਹਲੇ ਹੋਇਆ, ਤੁਸੀਂ ਇਹ ਕਹਿਣਾ ਕਿ ਮੇਰਾ ਸਈਦ ਅਲੀ ਡਿਊਟੀ 'ਤੇ ਹੋਵੇ। ਮੇਰਾ ਇਹ ਦਿਲ ਹੈ ਕਿ ਮੇਰਾ ਸਈਦ ਅਲੀ ਮੇਰੀ ਡਿਊਟੀ 'ਤੇ ਉਹ ਆਪਣਾ ਡਿਊਟੀ 'ਤੇ ਮੇਰਾ ਸਈਦ ਅਲੀ अपनी ड्यूटी निभान दिया। तो अल्लाह का शुक्र है। जब सईद अली की बॉडी यहाँ लाई गई तो इलाके का कैसा माहौल था? लोग आपको मुबारक दे रहे थे, आपको पर वो फ़ख्र कर रहे थे कि आप शहीद की वालदा बन गई, अल्लाह ने हमें ये एहसान हम पर किया हमारे गांव में कि शहीद आ गया। हाँ जी, फ़ख्र ਕੀਤਾ ਕੁਛ ਜਿਨ੍ਹਾਂ ਲੋਕਾਂ ਨੂੰ ਨਹੀਂ ਸੀ ਪਤਾ, ਉਹਨਾਂ ਲੋਕਾਂ ਤੇ ਫਿਰ ਬੜਾ ਪਰੇਸ਼ਾਨ ਹੋਏ ਕਿ ਯਾਰ ਇਹ ਕੀ ਬਣਿਆ, ਕੀ ਹੋਇਆ। ਤੇ ਜਿਨ੍ਹਾਂ ਨੂੰ ਪਤਾ ਸੀ ਉਹਨਾਂ ਨੇ ਤੇ ਇਸ ਚੀਜ਼ ਨੂੰ ਬੜਾ ਫਖਰ ਮਹਿਸੂਸ ਕੀਤਾ, ਬਲਕਿ ਕੁਛ ਲੋਕਾਂ ਨੇ ਮੁਬਾਰਕ ਵੀ ਦਿੱਤੀ, ਗਲੇ ਮਿਲੇ ਕਿ ਅੱਲਾ ਦਾ ਸ਼ੁਕਰ ਹੈ, ਐਸੇ ਬੇਟੇ ਅੱਲਾ ਪਾਕ ਸਾਰਿਆਂ ਲੋਕਾਂ ਨੂੰ ਅਤਾ ਕਰੇ, ਸਾਰੀਆਂ ਮਾਵਾਂ ਦੇ ਐਸੇ ਨਸੀਬ ਹੋਣ। ਤੇ ਇਹ ਸੀ ਕਿ ਜਿਹੜਾ ਗੁਜ਼ਰਿਆ ਵਕਤ ਸੀ ਉਹਦੇ ਵੱਲ ਵੇਖ ਕੇ ਸਾਰੇ ਪਰੇਸ਼ਾਨ ਹੋਣ ਕਿ ਵਕਤ ਕਿਸ ਤਰ੍ਹਾਂ ਦਾ ਗੁਜ਼ਰਿਆ ਤੇ ਕਿਸ ਤਰ੍ਹਾਂ ਦਾ ਆਇਆ। ਤੇ ਅੱਲਾ ਜ਼ਾਤ ਦਾ ਸ਼ੁਕਰ ਹੈ, ਮੈਂ ਤੇ ਅੱਲਾ ਜ਼ਾਤ ਦਾ ਇਹ ਅਹਿਸਾਨ ਮੰਨਣੀ ਆ ਕਿ ਸੋਹਣਿਆ ਤੂੰ ਜਿੱਥੇ ਵੀ ਮੈਨੂੰ ਰੱਖਿਆ, ਜਿਸ ਤਰ੍ਹਾਂ ਵੀ ਰੱਖਿਆ, ਜਿਹੜੇ ਹਾਲ 'ਚ ਰੱਖਿਆ, तेरी ज़ात दा शुक्र है। यकीनन नाज़रीन, जब मैं इस तरह की बाहिम्मत माएँ देखता हूँ तो मुझे वो ग़ज़वा बदर की वो माँ याद आ जाती है जिसके दो नन्हे नन्हे फूल थे, मवज़ और माज रज़ी अल्लाह तआला अन्हु। जब जंग बदर का अनाउंसमेंट की आप सरकार ने तो सब सहाबियों को कहा कि अपने अपने असबाब जो भी आपके पास हैं लेकर आ जाओ, जंग करनी है कुफार से। तो उस माँ ने भी वो ऐलान सुना आप सरकार का,
تو اس کے پاس کوئی جوان گھر میں مرد نہیں تھا جنگ میں بھیجنے کے لیے، تو اس کے پاس 2 ننھے بچے تھے، معوذ اور معاذ، چھوٹے بچے تھے ابھی. تو اس نے آپ صلی اللہ علیہ وسلم کی خدمت میں وہ حاضر کر دیے. تو آپ نے کہا یہ چھوٹے ہیں. تو پھر آپ کو پتہ ہے وہ کس طرح ان کی کشتی کرائی گئی آپس میں، اور دونوں جنگ بدر میں شامل ہوئے، اور سب سے بڑے جو اسلام کا دشمن تھا اس کو قتل کیا انہوں نے، ابو جہل. تو جب اس طرح کی باہمت مائیں ہوں تو پھر بچے لڑ جاتے ہیں، وہ نہیں دیکھتے آگے دشمن کتنا بڑا ہے، کتنا باہمت ہے. تو اللہ تعالیٰ سے دعا ہے کہ ان جیسی عظیم ماؤں کو اللہ حوصلہ دے، اور ہمارے جو فوجی جوان ہیں ان کے پیچھے ایسی مائیں دعائیں کرتی رہیں تاکہ وہ اپنے وطن عزیز کے لیے خدمات سارا انجام دیتے رہیں. تو بہن جی، میں آپ سے آخری بات کروں گا، جو باقی شہیدوں کی مائیں ہیں یا اہل وطن ہیں ہمارے، ان کے لیے کوئی پیغام دے دیں کہ انہیں وطن کے لیے کیا کرنا چاہیے. جس طرح آپ نے اپنا جگر گوشہ وطن کے لیے قربان کیا، تو باقی لوگوں کو اس کی کس طرح قدر کرنی چاہیے، پاکستان کے حوالے سے ذرا پیغام دے دیں. ਉਹ ਸਾਡਾ ਨਾ ਲੱਗਦਾ, ਮੇਰਾ ਚਾਚੇ ਦਾ ਪੁੱਤਰ ਭਰਾ ਲੱਗਦਾ, ਉਹਦੇ ਨਾਲ ਮੈਂ ਗੱਲ ਕੀਤੀ ਤੇ ਉਹਨੇ ਮੇਰੇ ਨਾਲ ਗੱਲ ਐ ਸੁਣਾਈ, ਮੈਨੂੰ ਬੜਾ ਸਕੂਨ ਹੋਇਆ ਗੱਲ ਸੁਣ ਕੇ. ਉਹਨੇ ਕਿਹਾ ਕਿ ਮਾਂ ਜੀ, ਜਦੋਂ ਅਸੀਂ ਘਰ ਆਉਂਦੇ ਆ ਨਾ, ਸਾਨੂੰ ਉਦੋਂ ਰਿਸ਼ਤਿਆਂ ਦੀ ਖਬਰ ਹੁੰਦੀ ਹੈ ਕਿ ਸਾਡਾ ਘਰ ਹੈ, ਸਾਡੇ ਰਿਸ਼ਤੇ ਹੈ ਨੇ. ਫਿਰ ਵਾਪਸ ਆਣ ਕੇ ਘਰ ਪਤਾ ਲੱਗਦਾ. ਬਕਾਇਆ ਜਦੋਂ ਅਸੀਂ ਆਪਣੀ ਵਰਦੀ ਦੇ ਵਿੱਚ ਹੁੰਦੇ ਆ, ਡਿਊਟੀ ਤੇ ਹੁੰਦੇ ਆ ਨਾ, ਉਦੋਂ ਸਾਨੂੰ ਨਾ ਘਰ ਦੀ ਫਿਕਰ, ਨਾ ਦਿਨ ਦੀ ਨਾ ਰਾਤ ਦੀ, ਸਾਨੂੰ ਸਿਰਫ ਇਹ ਹੀ ਆਪਣੇ ਵਤਨ ਨਾਲ ਪਿਆਰ ਹੈ, ਇੰਨਾ ਕੁ ਪਿਆਰ ਹੈ ਕਿ ਅਸੀਂ ਆਪਣੀ ਡਿਊਟੀ ਦੇ ਉੱਤੇ ਖਲੋਤੇ ਹੁੰਦੇ ਆ ਤਾਂ ਅਸੀਂ ਇਹ ਕਹਿੰਦੇ ਆ ਕਿ ਸਾਡੇ ਵਤਨ ਵੱਲੋਂ ਕੋਈ ਮੈਲੀ ਅੱਖ ਵੀ ਨਾ ਵੇਖੇ, ਸਾਡੇ ਮੁਲਕ ਵੱਲੋਂ ਕੋਈ ਮੈਲੀ ਅੱਖ ਨਾ ਵੇਖੇ. ਉਦੋਂ ਸਿਰਫ ਸਾਨੂੰ, ਅਸੀਂ ਜਦੋਂ ਵਰਦੀ ਪਾ ਕੇ ਡਿਊਟੀ ਤੇ ਖੜੇ ਹੁੰਦੇ ਆ, ਸਾਨੂੰ ਇਹ ਹੀ ਪਰੇਸ਼ਾਨੀ ਹੁੰਦੀ ਹੈ ਕਿ ਸਾਡੇ ਵਤਨ ਵੱਲੋਂ ਕੋਈ ਨਾ ਵੇਖੇ. ਅੱਲਾ ਕਰਕੇ ਸਾਡੇ ਵਤਨ ਦੇ ਵਿੱਚ ਹਵਾ ਜਿਹੜੀ ਹੈ ਨਾ, ਉਹ ਵੀ ਨਾ ਜਿਹੜੀ ਇਹ ਖੁਦਾ ਦੀ ਆਵੇ. ਸਾਡਾ ਵਤਨ ਜਿਹੜਾ ਉਹ ਇੱਕ ਫੁੱਲ ਤਰ੍ਹਾਂ ਮਹਿਕਦਾ ਰਵੇ, ਤੇ ਇਹ ਜਿਹੜੀਆਂ ਨਾ ਬਹਾਰਾਂ ਛਾਈਆਂ ਰਹਿਣ, ਤੇ ਸਾਡਾ ਵਤਨ ਜਿਹੜਾ ਨਾ ਖੁਸ਼ਬਾਸ਼ ਰਵੇ. ਤੇ بے شک یقیناً بہت بڑا بہن جی نے پیغام دیا ہے کہ یہ وطن کی بہاریں برقرار رہیں، یہ سلامت رہے، وطن ایسے کھلتا پھلتا رہے، چاہے اس کے لیے کتنے بھی شہید کو قربانیاں دینی پڑیں. تو آپ کو پتہ ہے کہ وطن عزیز کی بنیادوں میں ہی شہیدوں کا خون ہے، لاکھوں عفت ماؤں بہنوں کی عصمتوں کی قربانی ہے. تو یہ ملک بڑی مشکل سے ملا، اس کو مدینہ ثانی اسی لیے کہا جاتا ہے کہ یہ کلمے کی بنیاد پر بنا، اور اس کو قائم رکھنے کے لیے بھی قربانیوں کی ضرورت پڑتی رہتی ہے. تو وطن کے نڈر بہادر جوان اس کے لیے حاضر ہیں. یہ اس مدینہ ثانی کی حفاظت کے لیے ہر شہید کے یہی خواہش ہوتی ہے، اور ہر غازی کی یہی خواہش ہوتی ہے کہ جب تک ہم سلامت ہیں دشمن کے ناپاک قدم اس کی سرزمین پر نہیں پڑنے دیں گے. جب تک ہمارے جسم میں خون کا ایک قطرہ بھی باقی ہے، کسی کی میلی آنکھ اٹھا کر دیکھنے کی بھی ہم اجازت نہیں دیں گے. اس کا ماضی مثال موجود ہیں. اللہ تعالیٰ سے دعا ہے کہ اللہ تعالیٰ ہمیں وطن عزیز کی خاطر اپنی جانوں کا نذرانہ پیش کرنے کی جو ہم نے یہ سلسلہ شروع کیا ہے توفیق عطا فرمائے. اللہ تعالیٰ سے دعا ہے اے وطن تو سلامت رہے تا قیامت رہے. تو ناظرین سے گزارش ہے کہ ہمارے اس پروگرام پاکستان کا شائین کو سبسکرائب کریں تاکہ ہم اس کارواں کو جاری رکھ سکیں، اور ہمیں دعا میں یاد رکھیے. ہمیں دیجیے اجازت. پاکستان زندہ باد، پاک آرمی پائندہ باد. اللہ حافظ.